कोई एक दूजे नाल गल ही नहीं करता, कोई पुछदा ही नहीं है कि तेरा हाल की है। रिश्तिਆਂ ਨੂੰ ਜਿਉਂਦੇ ਰੱਖਣ ਦੇ ਲਈ ਉਹਨਾਂ ਦੇ ਵਿੱਚ ਕਮਿਊਨੀਕੇਸ਼ਨ, ਉਹਨਾਂ ਦੇ ਵਿੱਚ ਗੱਲਬਾਤ, 2-4 ਵਾਰੀ ਫੋਨ ਕਰਕੇ ਪੁੱਛਣਾ ਜਾਂ ਹਾਲ ਚਾਲ ਜਾਣਨਾ ਜਾਂ ਐਵੇਂ ਅਗਲੇ ਨੂੰ ਮਿਲ ਕੇ ਆਉਣਾ ਬੜਾ ਜ਼ਰੂਰੀ ਹੈ। ਯਾਦ ਹੈ ਤੁਹਾਨੂੰ, ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਅਕਸਰ ਚਿੱਠੀਆਂ ਪਾਇਆ ਕਰਦੇ ਸਨ। ਵਿਆਹ ਸ਼ਾਦੀ ਜਾਂ ਵੈਸੇ ਕਿਸੇ ਟ੍ਰੈਜਡੀ ਤੋਂ ਬਿਨਾਂ ਵੀ ਚਿੱਠੀ ਪਾਉਂਦੇ ਸੀ ਕਿ ਬੜੀ ਦੇਰ ਹੋ ਗਈ ਤੇਰੀ ਕੋਈ ਚਿੱਠੀ ਨਹੀਂ ਆਈ, ਉਮੀਦ ਕਰਦੇ ਤੁਸੀਂ ਠੀਕ ਹੋਵੋਗੇ, ਫਿਕਰ ਜਿਹਾ ਹੋ ਰਿਹਾ ਸੀ। ਇਹ ਗੱਲ ਇਸ ਚੀਜ਼ ਨੂੰ ਦਰਸਾਉਂਦੀ ਹੈ ਕਿ ਉਹਨਾਂ ਨੂੰ ਉਹਨਾਂ ਰਿਸ਼ਤਿਆਂ ਦੀ ਕਿੰਨੀ ਫਿਕਰ ਹੁੰਦੀ ਸੀ। ਇਹੀ ਸਭ ਚੀਜ਼ਾਂ ਡਿਪਰੈਸ਼ਨ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦਾ ਵਾਇਸ ਬਣ ਰਹੀਆਂ ਨੇ। ਮੁਹੱਬਤ ਦੀ ਬੜੀ ਲੋੜ ਹੁੰਦੀ ਹੈ ਹਰ ਇਨਸਾਨ ਨੂੰ। ਸੋ ਅਗਰ ਤੁਹਾਨੂੰ ਵੀ ਲੱਗਦਾ ਹੈ ਕਿ ਕੋਈ ਰਿਸ਼ਤਾ ਤੁਹਾਡੇ ਹੱਥਾਂ 'ਚੋਂ ਤਿਲਕਦਾ ਜਾ ਰਿਹਾ ਹੈ ਜਾਂ ਤੁਹਾਡੇ ਮਾਂ-ਬਾਪ ਤੁਹਾਡੇ ਨਾਲ ਉਨੇ ਖੁਸ਼ ਨਹੀਂ ਹੈ ਜਾਂ ਫਿਰ ਕਿਧਰੇ ਪ੍ਰੋਫੈਸ਼ਨਲੀ ਤੁਹਾਡੇ ਰਿਸ਼ਤਿਆਂ ਦੇ ਵਿੱਚ ਕੋਈ ਪ੍ਰੋਬਲਮ ਹੈ, ਤਾਂ ਪਲੀਜ਼ ਵੇਖੋ, ਹਰ ਵਾਰ ਗਲਤੀ ਅਗਲੇ ਦੀ ਨਹੀਂ ਹੁੰਦੀ। ਕਈ ਵਾਰ ਅਸੀਂ ਵੀ ਛੋਟੀਆਂ-ਛੋਟੀਆਂ ਗੱਲਾਂ ਨੂੰ ਅਣਦੇਖੇ ਕਰ ਦਿੰਦੇ ਹਾਂ। ਸਿਰਫ ਕੰਮਕਾਜ ਦੇ ਲਈ ਹਾਲ ਚਾਲ ਪੁੱਛਣਾ ਜ਼ਰੂਰੀ ਨਹੀਂ, ਵੈਸੇ ਹੀ ਬਿਨਾਂ ਕੰਮ ਤੋਂ ਵੀ ਹਾਲ ਚਾਲ ਪੁੱਛੋ। ਬਹੁਤ ਵੱਡੇ ਗਿਫਟ ਜਾਂ ਸਰਪ੍ਰਾਈਜ਼ਸ ਦੇਣ ਦੇ ਨਾਲ ਰਿਸ਼ਤੇ ਬਣੇ ਨਹੀਂ ਰਹਿੰਦੇ ਜਾਂ ਉਹਨਾਂ ਦੇ ਜਿਉਂਦੇ ਰਹਿਣ ਦਾ ਸਬੂਤ ਨਹੀਂ ਮਿਲਦਾ, ਬਲਕਿ ਇਸ ਗੱਲ ਦੇ ਨਾਲ ਜ਼ਿਆਦਾ ਰਿਸ਼ਤੇ ਗੂੜੇ ਹੁੰਦੇ ਨੇ ਕਿ ਤੁਸੀਂ ਐਵੇਂ ਜਾ ਕੇ ਕਿਸੇ ਨੂੰ ਜੱਫੀ ਪਾ ਲੈਂਦੇ ਹੋ ਤੇ ਕਹਿੰਦੇ ਹੋ ਕਿ ਮੈਨੂੰ ਤੇਰੀ ਬੜੀ ਫਿਕਰ ਹੋ ਰਹੀ ਸੀ, ਬੜੇ ਦਿਨ ਹੋ ਗਏ ਤੇਰਾ ਫੋਨ ਹੀ ਨਹੀਂ ਆਇਆ। ਕਈ ਵਾਰ ਪਤਾ ਕੀ ਹੁੰਦਾ ਹੈ, ਮੇਰੀ ਇੱਕ ਬਹੁਤ ਅੱਛੀ ਸਹੇਲੀ ਸੀ, ਅਸੀਂ ਬਚਪਨ ਤੋਂ ਇਕੱਠੀਆਂ ਜੰਮੀਆਂ ਪਲੀਆਂ ਸੀ, ਪੂਨਾ 'ਚੋਂ ਵਿਆਹੀ ਹੋਈ ਸੀ। ਮੈਂ ਇੱਕ ਵਾਰ ਬੰਬੇ ਜਦੋਂ ਗਈ ਤੇ ਮੈਂ ਪੂਨਾ ਉਸਦੇ ਘਰ ਜਾ ਕੇ ਆਈ ਸੀ। ਪਿਛਲੇ 2 ਸਾਲ ਤੋਂ ਉਸਦੇ ਬੜੇ ਫੋਨ ਆ ਰਹੇ ਸੀ ਕਿ ਮੇਰਾ ਬੜਾ ਦਿਲ ਕਰਦਾ ਤੂੰ ਮੈਨੂੰ ਆ ਕੇ ਮਿਲ ਜਾਈਂ। ਮੇਰੀਆਂ ਮਸਰੂਫੀਆਤ ਇਹੋ ਜਿਹੀਆਂ ਸਨ ਕਿ ਮੇਰੇ ਕੋਲ ਜਾਇਆ ਹੀ ਨਹੀਂ ਗਿਆ। ਔਰ ਉਹ ਮੇਰੀ ਬਚਪਨ ਦੀਆਂ ਸਹੇਲੀਆਂ 'ਚੋਂ ਬੜੀ ਖਾਸ ਹੈ। ਅੱਜ ਵੀ ਗੱਲ ਕਰਦੇ ਹਾਂ ਉਸਦੀ ਸ਼ਕਲ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮਦੀ ਹੈ। ਤੇ ਜਾਣਦੇ ਹੋ ਕੀ ਹੋਇਆ? ਪਿਛਲੀ ਵਾਰ ਅਚਨਚੇਤ ਮੈਨੂੰ ਕਿਸੇ ਨੇ ਸੁਣਾ ਨਹੀਂ ਦਿੱਤਾ ਤੇ ਮੈਂ ਉਸ ਦੇ WhatsApp ਦੇ ਉੱਤੇ ਕੋਈ ਬੜੀ ਮਾੜੇ ਜਿਹੇ ਸਰੀਰ ਦੇ ਵਿੱਚ ਉਸ ਦੀਆਂ ਫੋਟੋਆਂ ਵੇਖੀਆਂ। ਮੈਨੂੰ ਘਬਰਾਹਟ ਹੋਈ, ਫਿਰ ਵੀ ਨਹੀਂ ਮੈਂ ਫੋਨ ਕੀਤਾ। ਮੈਨੂੰ 1 ਹਫ਼ਤਾ ਹੋ ਗਿਆ ਤੇ 1 ਹਫ਼ਤੇ ਬਾਅਦ ਉਸ ਦੀ ਬੇਟੀ ਦਾ ਮੈਨੂੰ ਫੋਨ ਆਇਆ ਕਿ ਮਾਸੀ ਮੰਮੀ ਇਸ ਦੁਨੀਆ 'ਚ ਨਹੀਂ ਰਹੇ। ਤੇ ਮੰਨਦੇ ਹੋ ਕਿ ਮੈਂ ਆਪਣੇ ਆਪ ਤੇ ਕਿੰਨੀ ਸ਼ਰਮਿੰਦਾ ਹੋਈ। ਉਹ ਪਿਛਲੇ 2 ਸਾਲ ਤੋਂ ਮੈਨੂੰ ਮਿਲਣ ਦੇ ਲਈ ਤਰਸ ਰਹੀ ਸੀ। ਇਸ ਵਾਰ ਮੈਂ ਬੰਬੇ ਗਈ, ਮੇਰੇ ਕੋਲ 4 ਦਿਨ ਸਨ ਕੰਮ ਤੋਂ ਬਿਨਾਂ, ਪਰ ਮੈਨੂੰ ਕਹਿਣ ਵਾਲਾ ਕੋਈ ਨਹੀਂ ਸੀ ਕਿ ਮੈਂ ਗੱਡੀ ਭੇਜ ਦਿੰਨੀ ਆ ਤੇ ਮੇਰਾ ਬੜਾ ਦਿਲ ਕਰਦਾ ਆ ਕੇ ਮਿਲ ਜਾਏ। ਤੇ ਇਸ ਗੱਲ ਦਾ ਸ਼ਰਮਿੰਦਗੀ ਤੇ ਅਹਿਸਾਸ ਮੈਨੂੰ ਅੱਜ ਵੀ ਹੈ। ਜਦੋਂ ਉਸ ਦੀ ਬੇਟੀ ਮੈਨੂੰ ਫੋਨ ਕਰਦੀ ਹੈ ਤਾਂ ਮੈਂ ਉਸਨੂੰ ਇਹ ਕਹਿ ਨਹੀਂ ਪਾਉਂਦੀ ਕਿ ਤੇਰੀ ਮਾਂ ਮਰਨ ਤੱਕ ਮੇਰੇ ਆਉਣ ਦੀ ਉਡੀਕ ਕਰਦੀ ਰਹੀ। ਸੋ ਪਲੀਜ਼ ਜਦੋਂ ਵੀ ਕੋਈ ਤੁਹਾਨੂੰ ਮੈਸੇਜ ਕਰਦਾ, ਅਗਰ ਨਹੀਂ ਕਰਦਾ ਆਪ ਕਰੋ, ਕਿਉਂਕਿ ਅਗਲੀ ਵਾਰ ਹੋ ਸਕਦਾ ਉਹ ਤੁਹਾਡੇ ਮੈਸੇਜ ਪੜ੍ਹਨ ਦੇ ਕਾਬਿਲ ਹੀ ਨਾ ਹੋਵੇ, ਜਾਂ ਜਿਸ ਦਾ ਫੋਨ ਕੱਟ ਕੇ ਤੁਸੀਂ ਰੱਖ ਦਿੱਤਾ ਅਗਲੀ ਵਾਰ ਜ਼ਿੰਦਗੀ 'ਚ ਉਹ ਨੰਬਰ ਤੁਹਾਡੇ ਫੋਨ ਤੇ ਕਦੀ ਇਨਕਮਿੰਗ 'ਚ ਆਵੇ ਨਾ। ਜ਼ਿੰਦਗੀ ਬੜੀ ਛੋਟੀ ਹੈ ਤੇ ਰਿਸ਼ਤੇ ਬੜੇ ਮਲੂਕ ਜਿਹੇ ਹੁੰਦੇ ਨੇ, ਸਾਂਭ ਕੇ ਰੱਖਣ ਦੀ ਮੁਹੱਬਤ ਦੇ ਨਾਲ ਲੋੜ ਹੈ। ਸੋ ਸੈਲੀਬ੍ਰੇਟ ਲਾਈਫ।